ਗੁਰਮੁਖ ਹੋਏ ਸੋ ਜਾਣੈ ਭਿਓ। ਜਿਹੜਾ ਗੁਰਮੁਖ ਹੋ ਜਾਂਦਾ ਹੈ, ਜਿੱਧਰ ਨੂੰ ਮੁਖ ਹੈ ਉਧਰ ਦੀ ਹੀ ਗੱਲ ਆਦਮੀ ਸੁਣਦਾ ਹੈ। ਭਾਵ ਕਿ ਜਿੱਧਰ ਨੂੰ ਮੁਖ ਕਰ ਲੈਂਦਾ ਹੈ ਜਾਣ ਵਾਸਤੇ, ਉਧਰ ਦੀ ਹੀ ਗੱਲ ਸੁਣਦਾ ਹੈ ਨਾ। ਜਿਵੇਂ ਕਿਸੇ ਨੇ ਸੰਸਾਰ ਵੱਲ ਨੂੰ ਮੁਖ ਕੀਤਾ ਹੈ, ਸੰਸਾਰ 'ਚ ਕੁਛ ਪ੍ਰਾਪਤ ਕਰਨਾ ਹੈ, ਅਤੇ ਜੋ ਵੀ ਪ੍ਰਾਪਤ ਕਰਨਾ ਹੈ ਜਿੱਧਰ ਨੂੰ ਮੁਖ ਕੀਤਾ ਹੈ ਉਧਰ ਦੀ ਉਹ ਜਾਣਕਾਰੀ ਜਟਾਉਂਦਾ ਹੈ, ਕੋਸ਼ਿਸ਼ ਕਰਦਾ ਹੈ। ਅਤੇ ਬਹੁਤ ਕੋਸ਼ਿਸ਼ ਕਰਦੇ ਹਨ ਲੋਕ ਬਾਹਰ ਸੰਸਾਰ ਦੇ ਵਿੱਚ ਕੁਛ ਉਪਲਬਧ ਕਰਨ ਵਾਸਤੇ। ਅਤੇ ਜਿੰਨਾ ਕੋਈ ਵੱਡਾ ਟੀਚਾ ਹੈ ਓਨੀ ਹੀ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ, ਕਿਉਂਕਿ ਸਾਰੇ ਕਰ ਰਹੇ ਹਨ, ਫਿਰ ਇੱਕ ਦੂਸਰੇ ਤੋਂ ਮੂਹਰੇ ਨਿਕਲਣਾ। ਅਤੇ ਜਿੱਧਰ ਨੂੰ ਮੁੱਖ ਹੈ, ਹੁਣ ਸੰਸਾਰ ਵੱਲ ਨੂੰ ਜਿਨ੍ਹਾਂ ਦਾ ਮੁੱਖ ਨਹੀਂ ਹੈ, ਸੰਸਾਰ ਵੱਲੋਂ ਉਨਮੁੱਖ ਹੋ ਗਏ, ਬੇਮੁੱਖ ਹੋ ਗਏ, ਅਤੇ ਗੁਰੂ ਵੱਲ ਨੂੰ ਮੁੱਖ ਹੋ ਗਏ। ਅਤੇ ਉਹ ਫਿਰ ਜੋ ਕਿਹਾ ਜਾਂਦਾ ਹੈ ਨਾ, ਉਹ ਸਿਰਫ ਸੁਣਦੇ ਨਹੀਂ ਹਨ, ਕਿਉਂਕਿ ਸੁਣ ਕੇ ਹੀ ਚੱਲਣਾ ਨਹੀਂ ਨਾ ਹੁੰਦਾ ਹੈ। ਜਿਵੇਂ ਕਿਤੇ ਬਾਹਰ ਯਾਤਰਾ ਕਰਨੀ ਹੋਵੇ ਅਤੇ ਯਾਤਰਾ ਬਾਬਤ ਸੁਣਦਾ ਹੀ ਰਹੇ, ਨਹੀਂ ਨਾ ਚੱਲਣਾ ਹੁੰਦਾ। ਇੱਦਾਂ ਹੀ ਸੁਣਨਾ ਹੀ। ਅਤੇ ਸੁਣ ਸੁਣ ਕੇ ਜਿਹੜੇ ਚੱਲਦੇ ਹਨ, ਅਮਲ ਕਰਦੇ ਹਨ ਕਹਿ ਸਕਦੇ। ਅਤੇ ਕਈਆਂ ਨੂੰ ਤਾਂ ਵੈਰਾਗ ਹੋ ਜਾਂਦਾ ਹੈ ਸੰਸਾਰ ਵੱਲੋਂ ਸੁਣ ਸੁਣ ਕੇ, ਅਤੇ ਉਹ ਅਮਲ ਕਰਨਾ ਸ਼ੁਰੂ ਕਰ ਦਿੰਦੇ ਹਨ। ਅਤੇ ਉਹ ਫਿਰ ਧਿਆਨ ਕਰਦੇ ਹਨ। ਧਿਆਨ ਦੁਆਰਾ ਹੀ ਧੀਰੇ ਧੀਰੇ ਸਾਕਸ਼ੀ ਹੋਣ ਦੀ ਕਲਾ ਆਉਂਦੀ ਹੈ। ਧਿਆਨ ਦੁਆਰਾ ਪਹਿਲਾਂ ਧਿਆਨ ਨੂੰ ਥਿਰ ਕਰਨਾ, ਟਿਕਾਉਣਾ ਹੈ, ਇਕਾਗਰ ਕਰਨਾ ਹੈ। ਅਤੇ ਕਈ ਸ਼ਰਧਾਲੂ ਭਗਤ ਪ੍ਰੇਮੀ ਉਹ ਪ੍ਰੇਮ ਦੀ ਯਾਤਰਾ ਕਰਦੇ, ਉਹਨਾਂ ਨੂੰ ਹੀ ਪ੍ਰੇਮ ਥਿਰ ਕਰਨਾ ਪੈਂਦਾ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣਯੋਗ ਹੈ ਵੀ ਪ੍ਰੇਮ ਅਤੇ ਧਿਆਨ ਇਹਨਾਂ ਨੂੰ ਥਿਰ ਕਰਨਾ ਪੈਂਦਾ ਹੈ। ਜਿਵੇਂ ਜਿਹੜੇ ਧਿਆਨ ਦੇ ਮਾਰਗ 'ਤੇ ਚੱਲ ਰਹੇ ਹਨ, ਉਹਨਾਂ ਨੂੰ ਧਿਆਨ ਥਿਰ ਕਰਨਾ ਪੈਂਦਾ ਹੈ। ਜਿਵੇਂ ਸੰਸਾਰ ਵਿੱਚ ਧਿਆਨ ਭਟਕ ਰਿਹਾ ਹੈ ਤੁਹਾਡਾ, ਤੁਹਾਨੂੰ ਥਿਰ ਕਰਨਾ ਹੈ ਨਾ। ਪਹਿਲਾਂ ਸ਼ਬਦ ਦੇ ਸਹਾਰੇ ਜਾਂ ਕਿਸੇ ਕੇਂਦਰ ਬਿੰਦੂ ਦੇ ਸਹਾਰੇ, ਸਵਾਸਾਂ ਦੇ ਸਹਾਰੇ ਥਿਰ ਕਰਨਾ ਹੈ, ਟਿਕਾਉਣਾ ਹੈ। ਇੱਦਾਂ ਹੀ ਜਿਹੜਾ ਪ੍ਰੇਮ ਹੈ, ਪ੍ਰੇਮ ਨੂੰ ਵੀ ਥਿਰ ਕਰਨਾ ਪੈਂਦਾ ਹੈ। ਅਤੇ ਜਦੋਂ ਪ੍ਰੇਮ ਥਿਰ ਹੁੰਦਾ ਹੈ ਤਾਂ ਉਹਦਾ ਵੀ ਮਨ ਟਿਕ ਜਾਂਦਾ ਹੈ, ਜਿਵੇਂ ਧਿਆਨੀ ਦਾ ਟਿਕਦਾ ਹੈ। ਧਿਆਨ ਦੇ ਵਿੱਚ ਅਤੇ ਪ੍ਰੇਮ ਦੇ ਵਿੱਚ ਵੀ ਮਨ ਟਿਕਦਾ ਹੈ।
ਪ੍ਰੇਮ ਦੇ ਵਿੱਚ ਕਿਵੇਂ ਟਿਕਦਾ ਹੈ ਮਨ? ਜਦੋਂ ਪੂਰਾ ਦਾ ਪੂਰਾ ਮਨ ਸਵੀਕਾਰ ਭਾਵ ਦੇ ਵਿੱਚ ਹੁੰਦਾ ਹੈ। ਕੋਈ ਸੰਦੇਹ ਨਹੀਂ ਹੁੰਦਾ, ਕੋਈ ਸ਼ੱਕ ਨਹੀਂ ਹੁੰਦੇ। ਪੂਰਾ ਦਾ ਪੂਰਾ ਸਵੀਕਾਰ ਭਾਵ ਦੇ ਵਿੱਚ ਜਦੋਂ ਮਨ ਹੁੰਦਾ ਹੈ ਨਾ, ਉਦੋਂ ਟਿਕਦਾ ਹੈ ਪ੍ਰੇਮ ਦੇ ਵਿੱਚ। ਜਿਵੇਂ ਤੁਸੀਂ ਇਹ ਸਮਝ ਲਵੋ, ਬਾਹਰ ਦੇ ਤਲ 'ਤੇ ਵੀ ਤੁਸੀਂ ਕਦੇ ਕਦੇ ਜਾਣਿਆ ਹੋਵੇਗਾ ਜਿਹਦੇ ਨਾਲ ਤੁਸੀਂ ਬਹੁਤ ਪ੍ਰੇਮ ਕਰਦੇ ਹੋ। ਅਗਰ ਉਹਦੇ ਉੱਪਰ ਕੋਈ ਸ਼ੱਕ ਨਹੀਂ, ਸੰਦੇਹ ਨਹੀਂ, ਕੁਛ ਵੀ ਨਹੀਂ ਹੈ, ਤਾਂ ਉਹਦੇ ਕੋਲ ਮਨ ਚੱਲੇਗਾ ਨਹੀਂ। ਕਿਉਂਕਿ ਸ਼ੱਕ ਅਤੇ ਸੰਦੇਹ 'ਤੇ ਮਨ ਚੱਲਦਾ ਹੈ। ਸੰਦੇਹ ਦਾ ਪੱਥਰ ਪਿਆ ਅਤੇ ਮਨ ਚੱਲ ਪਿਆ। ਜਿਵੇਂ ਇਵੇਂ ਸਮਝ ਲਵੋ ਵੀ ਇੱਕ ਸ਼ਾਂਤ ਸਰੋਵਰ ਹੈ, ਝੀਲ, ਪਾਣੀ ਠਹਿਰਿਆ ਹੋਇਆ, ਚਾਰ ਚੁਫੇਰੇ ਦਰਖਤਾਂ ਦਾ ਪ੍ਰਤੀਬਿੰਬ ਉਹਦੇ ਉੱਪਰ ਬਣ ਰਿਹਾ ਹੈ, ਪਰਛਾਵਾਂ ਪੈ ਰਿਹਾ ਹੈ। ਉੱਤਰੇ ਪੰਛੀਆਂ ਦਾ ਪਰਛਾਵਾਂ ਵੀ ਵਿੱਚ ਸਾਫ਼ ਦਿਖ ਰਿਹਾ ਹੈ, ਉੱਡਦੇ ਜਾਂਦੇ। ਅਤੇ ਤੁਸੀਂ ਛੋਟੀ ਜਿਹੀ ਕੈਂਕਰ ਇੱਕ ਪਾਣੀ ਦੇ ਵਿੱਚ ਸੁੱਟ ਦਿਓ, ਪੱਥਰ ਦਾ ਟੁਕੜਾ। ਹੁਣ ਸੁੱਟੋਗੇ ਤੁਸੀਂ ਛੋਟਾ ਜਿਹਾ ਹੀ, ਭਾਵੇਂ ਛੋਟਾ ਜਿਹਾ ਤੀਲਾ ਸੁੱਟ ਦਿਓ, ਉਹਦੇ ਨਾਲ ਵੀ ਤਰੰਗਾਂ ਬਣ ਜਾਂਦੀਆਂ ਹਨ। ਤੋ ਜੋ ਪ੍ਰਤੀਬਿੰਬ ਬਣ ਰਿਹਾ ਸੀ ਨਾ, ਅਕਸ਼ ਬਣ ਰਿਹਾ ਸੀ, ਉਹ ਸਾਰਾ ਇਹ ਡਾਵਾਂਡੋਲ ਹੋ ਜਾਂਦਾ, ਹਿੱਲ ਜਾਂਦਾ। ਫਿਰ ਇੱਕ ਤਰੰਗ ਨਹੀਂ ਉੱਠਦੀ, ਤਰੰਗ ਦੇ ਪਿੱਛੇ ਤਰੰਗ, ਤਰੰਗ ਦੇ ਪਿੱਛੇ ਤਰੰਗ। ਇੱਦਾਂ ਹੀ ਧਿਆਨੀ ਜਦੋਂ ਧਿਆਨ ਦੇ ਵਿੱਚ ਬੈਠਦਾ ਹੈ ਨਾ, ਅਤੇ ਉਹਦਾ ਜਦੋਂ ਸਰੋਵਰ ਸ਼ਾਂਤ ਹੁੰਦਾ ਹੈ, ਕਦੇ ਕਦੇ ਕਿਸੇ ਕਿਸੇ ਦਾ ਹੁੰਦਾ ਹੈ ਥੋੜ੍ਹਾ ਜਿਹਾ, ਤਾਂ ਸ਼ਾਂਤ ਸਰੋਵਰ ਦੇ ਉੱਪਰ ਕੋਈ ਵਾਸ਼ਨਾ ਦਾ ਪੱਥਰ ਪੈ ਗਿਆ, ਕਾਮਨਾ ਦਾ ਪੈ ਗਿਆ, ਇੱਛਾ ਦਾ ਪੈ ਗਿਆ, ਕੋਈ ਵੈਰ ਵਿਰੋਧ ਦਾ ਪੈ ਗਿਆ, ਕੋਈ ਵੀ ਪੱਥਰ ਪੈ ਗਿਆ, ਤਾਂ ਸਾਰੇ ਹੀ ਝੀਲ ਡਾਵਾਂਡੋਲ ਹੋ ਜਾਂਦੀ ਅਤੇ ਮਨ ਵਿਚਾਰਾਂ ਨਾਲ ਭਰ ਜਾਂਦਾ। ਫਿਰ ਇੱਕ ਵਿਚਾਰ ਦੇ ਪਿੱਛੇ ਦੂਸਰਾ, ਦੂਸਰੇ 'ਤੇ ਤੀਸਰਾ, ਤੀਸਰੇ 'ਤੇ ਚੌਥਾ। ਇਵੇਂ ਹੀ ਪ੍ਰੇਮ ਦੇ ਵਿੱਚ, ਗਹਿਰੇ ਦੇ ਵਿੱਚ, ਸ਼ਰਧਾ ਦੇ ਵਿੱਚ, ਭਾਵਨਾ ਦੇ ਵਿੱਚ ਕੋਈ ਬੈਠਾ ਹੈ ਸਵੀਕਾਰ ਭਾਵ ਦੇ ਵਿੱਚ, ਅਤੇ ਜਦੋਂ ਸੰਦੇਹ ਦਾ ਪੱਥਰ ਪੈ ਗਿਆ, ਤਾਂ ਉਦੋਂ ਹੀ ਲਹਿਰਾਂ ਹੀ ਲਹਿਰਾਂ ਉੱਠ ਖਲੋਂਦੀਆਂ ਹਨ, ਇੱਕ ਦੇ ਪਿੱਛੇ ਇੱਕ, ਇੱਕ ਦੇ ਪਿੱਛੇ ਇੱਕ। ਉੱਦਾਂ ਹੀ ਬੇਚੈਨ ਜ਼ਿਆਦਾ ਹੁੰਦਾ ਹੈ, ਬੇਚੈਨ ਭਗਤ। ਅਤੇ ਧਿਆਨ ਥਿਰ ਕਰਨਾ ਹੈ। ਅਤੇ ਧਿਆਨ ਥਿਰ ਹੋਵੇਗਾ ਜਦੋਂ ਬਾਹਰ ਧਿਆਨ ਨੂੰ ਤੁਸੀਂ ਜਾਂਦੇ ਹੋਏ ਨੂੰ ਸੰਕੋਚੋਗੇ। ਜਿਵੇਂ ਕਹਿੰਦੇ ਕੱਛੂ ਆਪਣਾ ਮੂੰਹ ਅੰਦਰ ਨੂੰ ਕਰ ਲੈਂਦਾ ਜਦੋਂ ਕੋਈ ਖਤਰਾ ਹੁੰਦਾ, ਇੱਦਾਂ ਕੋਈ ਗੁਰਮੁਖ ਪਿਆਰਾ ਆਪਣੇ ਧਿਆਨ ਨੂੰ ਅੰਦਰ ਸੰਕੋਚ ਲੈਂਦਾ ਹੈ, ਖਿੱਚ ਲੈਂਦਾ, ਸੰਤੁਸ਼ਟ ਹੋ ਜਾਂਦਾ। ਤੋ ਤਾਂ ਫਿਰ ਧਿਆਨ ਲੱਗਦਾ ਹੈ। ਅਤੇ ਧਿਆਨ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਸਾਖਸ਼ੀ ਭਾਵ। ਇਹ ਸਿਰਫ ਬਾਹਰੋਂ ਸੁਣਿਆ ਨਹੀਂ ਹੋਵੇ,
ਧਿਆਨ ਦੁਬਾਰਾ ਹੋਵੇਗਾ। ਹੌਲੀ ਹੌਲੀ ਅੰਦਰ ਦੇਖਦੇ ਦੇਖਦੇ ਧਿਆਨ ਦੇ ਵਿੱਚ ਤੁਹਾਨੂੰ ਖਿਆਲ ਵਿੱਚ ਆਵੇਗਾ ਕਿ ਇਉਂ ਸਾਖੀ ਹੋਇਆ ਜਾ ਸਕਦਾ ਹੈ। ਫਿਰ ਸਾਖੀ ਹੁੰਦੇ 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 ਫਿਰ ਹੌਲੀ ਹੌਲੀ ਤੁਹਾਡੀ ਨੀਂਦ ਖੁੱਲ੍ਹੇਗੀ। ਤੁਸੀਂ ਹੌਲੀ ਹੌਲੀ ਜਾਗੋਗੇ। ਜਾਗਰਣ ਸ਼ੁਰੂ ਹੋ ਜਾਵੇਗਾ। ਫਿਰ ਤੁਹਾਨੂੰ ਪਤਾ ਲੱਗਦਾ ਰਹੇਗਾ ਅੰਦਰ ਦੀ ਖੇਡ ਦਾ। ਅਕੱਥ ਨਾ ਕਥਨਾ ਜਾਏ। ਅਕੱਥ ਖੇਡ ਜਿਹੜੀ ਉਹਦਾ ਪਤਾ ਲੱਗਦਾ ਹੈ ਫਿਰ। ਪਰ ਬਾਹਰੋਂ ਅਗਰ ਤੁਸੀਂ ਇਹ ਸਾਰੀ ਗੱਲ ਯਾਦ ਕਰ ਲਓ, ਸਮਾਧੀ ਬਾਰੇ, ਧਿਆਨ ਬਾਰੇ, ਜਾਗਰਣ ਬਾਰੇ, ਸਾਖੀ ਬਾਰੇ, ਤੇ ਇਹਦਾ ਲਾਭ ਨਹੀਂ ਹੈ, ਨੁਕਸਾਨ ਹੈ। ਜ਼ਿਆਦਾਤਰ ਲੋਕ ਇਉਂ ਹੀ ਕਰ ਰਹੇ ਹਨ। ਬਹੁਤ ਸਾਰੀਆਂ ਗੱਲਾਂ ਯਾਦ ਕਰ ਲੈਂਦੇ, ਉਹ ਫਿਰ ਦੂਸਰਿਆਂ ਨੂੰ ਦੱਸਦੇ, ਦੂਸਰੇ ਪ੍ਰਭਾਵਿਤ ਹੁੰਦੇ ਅਤੇ ਇਹਨਾਂ ਨੂੰ ਵੀ ਮਜ਼ਾ ਆਉਂਦਾ। ਦੇਖੋ ਵੀ ਸਾਡੇ ਤੋਂ ਪ੍ਰਭਾਵਿਤ ਹੋ ਰਿਹਾ, ਸਾਨੂੰ ਬਹੁਤ ਗਿਆਨ ਹੈ। ਅਤੇ ਆਦਮੀ ਇਸ ਗਿਆਨ ਦੁਆਰਾ ਆਪ ਵੀ ਡੁੱਬਦਾ ਹੈ ਅਤੇ ਹੋਰ ਵੀ ਕਈਆਂ ਨੂੰ ਡੁੱਬਦਾ ਹੈ, ਕਿਉਂਕਿ ਇਹ ਵਾਸਤਵਿਕ ਨਹੀਂ ਹੈ ਨਾ ਜਾਣਕਾਰੀ। ਅਤੇ ਸੁਣਨਾ ਸਿਰਫ ਸਮਝਣ ਵਾਸਤੇ ਨਹੀਂ ਹੈ। ਸਮਝਾਇਆ ਇਸ ਕਰਕੇ ਜਾਂਦਾ ਹੈ ਕਿ ਹੌਲੀ ਹੌਲੀ ਤੁਹਾਨੂੰ ਇਹ ਗੱਲ ਸਮਝ ਵਿੱਚ ਆ ਜਾਵੇ ਵੀ ਇਹ ਸਮਝ ਜਿਹੜੀ ਹੈ ਨਾ ਸੰਸਾਰ ਵਿੱਚ ਕੰਮ ਆਉਂਦੀ ਹੈ। ਸੰਸਾਰ ਨੂੰ ਜਾਣਨ ਵਾਸਤੇ ਵੀ ਕੰਮ ਆਉਂਦੀ ਹੈ, ਫਿਰ ਸੰਸਾਰ ਵਿੱਚੋਂ ਹਟਣ ਵਾਸਤੇ ਕੰਮ ਆਉਂਦੀ ਹੈ। ਅਤੇ ਸਮਝ ਦੁਆਰਾ ਫਿਰ ਹਟਿਆ ਜਾਂਦਾ ਹੈ ਅਤੇ ਹਟਣ ਵਾਸਤੇ ਧਿਆਨ ਕੀਤਾ ਜਾਂਦਾ ਹੈ। ਧਿਆਨ ਸਮਝਿਆ ਜਾਂਦਾ ਹੈ ਵੀ ਕਿਵੇਂ ਹਟਾਈਏ। ਇਹੋ ਪੁੱਛਦਾ ਹੈ ਨਾ ਜਗਿਆਸੂ ਸੰਸਾਰ ਵੱਲੋਂ, ਕਿਵੇਂ ਹਟੀਏ, ਕਿਵੇਂ ਬੰਧਨ ਟੁੱਟਣ, ਕਿਵੇਂ ਮੁਕਤ ਹੋਈਏ। ਇਹ ਜਗਿਆਸਾ ਹੁੰਦੀ ਹੈ ਅਤੇ ਸੁਭਾਵਿਕ ਹੀ ਹੈ। ਉਹਨੂੰ ਫਿਰ ਦੱਸਿਆ ਜਾਂਦਾ ਹੈ ਵੀ ਇਵੇਂ ਤੂੰ ਬੰਧਨਾਂ ਤੋਂ ਮੁਕਤ ਹੋ ਸਕਦਾ, ਵੀ ਤੇਰੀ ਸੁਰਤੀ ਬੰਧੀ ਹੋਈ ਹੈ ਬਾਹਰ ਸੰਸਾਰ ਨਾਲ। ਅਤੇ ਹੌਲੀ ਹੌਲੀ ਬੰਧਨ ਕੱਟ, ਇੱਕ ਇੱਕ ਕਰਕੇ ਧਿਆਨ ਹਟਾ ਅਤੇ ਸੁਰਤ ਨੂੰ ਆਪਣੇ ਅੰਦਰ ਜੋੜ। ਸ਼ਬਦ ਨਾ ਜੋੜ, ਗੁਰ ਉਪਦੇਸ਼ ਨਾ ਜੋੜ। ਅਤੇ ਜਿਵੇਂ ਜਿਵੇਂ ਤੂੰ ਅੰਦਰ ਜੋੜੇਂਗਾ ਅਤੇ ਬਾਹਰੋਂ ਸੁਰਤ ਹਟਦੀ ਰਹੇਗੀ। ਪਰ ਕੋਈ ਸੁਣੀ ਹੀ ਜਾਵੇ, ਹਟਾਵੇ ਨਾ। ਅਤੇ ਵੱਖ ਵੱਖ ਢੰਗ ਦੇ ਸਰੋਤੇ ਹਨ, ਵੱਖ ਵੱਖ ਢੰਗ ਨਾਲ ਚੱਲ ਰਹੇ ਹਨ, ਅਤੇ ਵੱਖ ਵੱਖ ਸਥਿਤੀ ਹੈ ਸਾਰਿਆਂ ਦੀ, ਵੱਖ ਵੱਖ ਸਮਝ ਹੈ। ਇਸ ਕਰਕੇ ਵੱਖ ਵੱਖ ਢੰਗ ਨਾਲ ਬੋਲਿਆ ਜਾਂਦਾ ਹੈ ਤਾਂ ਕਿ ਸਾਰਿਆਂ ਨੂੰ ਹੀ ਸਹਾਰਾ ਮਿਲ ਸਕੇ। ਕੋਈ ਕਿੱਥੇ ਖੜ੍ਹਾ ਹੈ, ਕੋਈ ਕਿੱਥੇ ਖੜ੍ਹਾ ਹੈ। ਕੋਈ ਕਿਸੇ ਢੰਗ ਨਾਲ ਖੜ੍ਹਾ ਹੈ, ਕੁਛ ਕਿਸੇ ਢੰਗ ਨਾਲ ਖੜ੍ਹਾ ਹੈ। ਆਪਣੀ ਆਪਣੀ ਵਿਚਾਰਧਾਰਾ, ਆਪਣੀ ਆਪਣੀ ਸੋਚ ਮੁਤਾਬਕ ਸਭ ਖੜ੍ਹੇ ਹਨ। ਅਤੇ ਜਿਵੇਂ ਜਿਵੇਂ ਕੋਈ ਚੱਲ ਰਿਹਾ ਹੈ, ਜਿੱਥੇ ਜਿੱਥੇ ਹੈ, ਜਿਵੇਂ ਜਿਵੇਂ ਕੋਈ ਚੱਲ ਸਕਦਾ, ਤਿਵੇਂ ਤਿਵੇਂ ਸਾਰਿਆਂ ਨੂੰ ਹੀ ਸਮਝਾਇਆ ਜਾਂਦਾ ਹੈ
ਤਾਂ ਕਿ ਚੱਲੋ, ਚੱਲਣਾ ਅੰਦਰ ਨੂੰ ਹੀ ਹੈ, ਕਿਸੇ ਢੰਗ ਨਾਲ ਵੀ ਚੱਲੋ। ਤੇ ਬਾਹਰੋਂ ਸੁਰਤ ਨੂੰ ਹਟਾਓ, ਧਿਆਨ ਵਿੱਚ ਜਾਓ, ਤੇ ਜਾ ਕੇ ਤੁਹਾਨੂੰ ਆਪਣੇ ਆਪ ਇਹ ਉਹ ਗੱਲਾਂ ਸਮਝ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ। ਉਹ ਫਿਰ ਵਾਸਤਵਿਕ ਆਉਣਗੀਆਂ। ਬਾਹਰੋਂ ਸਮਝੀਆਂ ਹੋਈਆਂ ਤੇ ਉਹ ਬਾਹਰ ਦੀਆਂ ਹੋਣਗੀਆਂ। ਜਾਣਕਾਰੀ ਫਿਰ ਤੁਹਾਨੂੰ ਆਪਣੇ ਆਪ ਹੀ ਅਨੁਭਵ 'ਚ ਆਉਣ ਲੱਗ ਜਾਣਗੀਆਂ। ਕਹਿ ਲਈ ਬੁੱਝ ਲਓਗੇ ਤੁਸੀਂ, ਨਾਨਕ ਹੁਕਮੇ ਜੇ ਬੁੱਝੇ, ਬੁੱਝ ਲਓਗੇ। ਜਦੋਂ ਬੁੱਝ ਲਿਆ ਫਿਰ ਜਾਣ ਲਿਆ, ਪਤਾ ਲੱਗ ਗਿਆ ਵੀ ਸਮਾਧੀ ਕੀ ਹੈ, ਜਾਗਰਣ ਕੀ ਹੈ। ਤੇ ਹੌਲੀ ਹੌਲੀ ਜਾਗੋ। ਜਾਗ ਲਿਓ ਰੇ ਮਨ, ਜਾਗ ਲਿਓ ਕਹਾਂ ਗਾਫਲ ਸੋਏ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਏ। ਇਹ ਤਨ ਨੇ ਵੀ ਸੰਗ ਨੇ ਹੀ ਜਾਣਾ ਹੈ, ਤੇ ਤਨ ਦੇ ਨਾਲ ਜੋ ਕੁਛ ਵੀ ਹੈ ਉਹ ਵੀ ਸੰਗ ਨਹੀਂ। ਤੇ ਜਦੋਂ ਸੰਗ ਹੀ ਕੁਛ ਨਹੀਂ ਹੈ ਤੇ ਫਿਰ ਅਸੰਗ ਹੋ ਜਾਓ, ਤੇ ਤੁਸੀਂ ਉਹਦੇ ਸੰਗ ਹੋ ਜਾਓਗੇ ਜਿਹੜਾ ਸਦਾ ਹੀ ਸੰਗ ਹੈ। ਸਦਾ ਅੰਗ ਸੰਗੇ ਅਪੰਗੰ ਵਿਭੂਤੇ, ਪਰ ਬਾਹਰੋਂ ਅਸੰਗ ਹੋ ਜਾਓ ਤਾਂ ਉਹਦੇ ਸੰਗ ਹੋ ਜਾਓ।